प्यारे दर्शकों, सत श्री अकाल, नमस्कार, आदाब। पंजाबनामा शो ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਇਹ ਸ਼ੋਅ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਜੀ ਹਨ, ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸੰਕਟ ਹੈ ਉਹ ਬਹੁਤ ਡੂੰਘਾ ਹੋ ਚੁੱਕਾ ਹੈ। 102 ਸਾਲ ਦੇ ਇਤਿਹਾਸ ਦੇ ਵਿੱਚ ਅਕਾਲੀ ਦਲ ਨੂੰ ਇੰਨੀ ਮਾੜੀ ਹਾਰ ਦਾ ਸਾਹਮਣਾ ਕਦੇ ਨਹੀਂ ਦੇਖਣਾ ਪਿਆ। ਪਹਿਲੀ ਵਾਰੀ ਅਕਾਲੀ ਦਲ 3 ਸੀਟਾਂ 'ਤੇ ਰਹਿ ਗਿਆ ਅਤੇ ਰਾਜ ਸਭਾ ਦੇ ਵਿੱਚ ਵੀ ਜਿਹੜੇ ਕੋਈ ਮੈਂਬਰੀ ਸੀ ਉਹ ਵੀ ਖਤਮ ਹੋ ਜਾਏਗੀ ਹੁਣ, ਕਿਉਂਕਿ ਰਾਜ ਸਭਾ ਦੀ ਚੋਣਾਂ ਜਿਹੜੀਆਂ ਉਹਨਾਂ ਦੀ ਅੱਜ ਨੋਟੀਫਿਕੇਸ਼ਨ ਜਿਹੜਾ ਜਾਰੀ ਹੋ ਚੁੱਕਾ ਅਤੇ ਉਹਦੇ ਲਈ ਨਾਮਜ਼ਦਗੀਆਂ ਜਿਹੜੀਆਂ ਹੋਣੀ ਸ਼ੁਰੂ ਹੋ ਗਈਆਂ। ਸੋ ਇਹ ਜਿਹੜਾ ਸੰਕਟ ਹੈ, ਜਿਹੜੀ ਅਕਾਲੀ ਦਲ ਦੀ ਅੱਜ ਕੋਰ ਕਮੇਟੀ ਦੀ ਮੀਟਿੰਗ ਵੀ ਚੱਲ ਰਹੀ ਹੈ, ਕੀ ਉਹ ਇਸ ਸੰਕਟ 'ਚੋਂ ਪਾਰਟੀ ਨੂੰ ਕੱਢਣ ਲਈ ਸੰਭਵ ਹੋ ਜਾਏਗੀ ਜਾਂ ਇਹ ਸੰਕਟ ਹੋਰ ਡੂੰਘਾ ਹੋਏਗਾ? ਇਹਦੇ ਬਾਰੇ ਜਗਤਾਰ ਹੋਣਾ ਤੋਂ ਅਸੀਂ ਜਾਣਨਾ ਚਾਹਾਂਗੇ। ਇਸ ਦੇ ਨਾਲ ਹੀ ਬਾਅਦ ਦੇ ਵਿੱਚ ਕਾਂਗਰਸ ਦੇ ਵੀ ਗੱਲ ਕਰਾਂਗੇ, ਉਹਨਾਂ ਨੂੰ ਵੀ ਚੁਤਰਫੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ। ਅਤੇ ਇਸ ਦੇ ਨਾਲ ਹੀ ਜਿਹੜੀਆਂ 2-3 ਹੋਰ ਛੋਟੀਆਂ ਖਬਰਾਂ ਨੇ ਵੀ 16 ਨੂੰ ਭਗਵੰਤ ਮਾਨ ਉਹਨਾਂ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣੀ ਆ, ਅੱਜ ਉਹਨਾਂ ਲੋਕ ਸਭਾ ਤੋਂ ਅਸਤੀਫਾ ਦਿੱਤਾ। ਇਹਦੇ ਨਾਲ ਹੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ, ਉਹਨਾਂ ਨੇ 21 ਮਾਰਚ ਨੂੰ ਦੇਸ਼ ਭਰ ਵਿੱਚ ਪ੍ਰੋਟੈਸਟ ਕਰਨ ਅਤੇ 25 ਨੂੰ ਚੰਡੀਗੜ੍ਹ ਵੱਲ ਨੂੰ BBMB ਦੇ ਮੁੱਦੇ ਤੋਂ ਟਰੈਕਟਰ ਮਾਰਚ ਕਰਨ ਦਾ ਫੈਸਲਾ ਕੀਤਾ। ਪਰ ਅਸੀਂ ਜਿਹੜਾ ਧਿਆਨ ਹੈ ਉਹ ਜਿਹੜਾ ਅਕਾਲੀ ਦਲ ਦਾ ਸੰਕਟ ਉਹ ਕਿੱਧਰ ਨੂੰ ਜਾਏਗਾ, ਉਹਦੇ ਬਾਰੇ ਜਗਤਾਰ ਜੀ ਤੁਸੀਂ ਸਾਡੇ ਦਰਸ਼ਕਾਂ ਨਾਲ ਗੱਲਬਾਤ ਸਾਂਝੀ ਕਰੋ, ਵਿਚਾਰ ਸਾਂਝੇ ਕਰੋ। ਮੈਂ ਜੰਮੂ ਜੀ ਪਹਿਲਾਂ ਤਾਂ ਗੱਲ ਕਰਨਾ ਚਾਹੂੰਗਾ ਵੀ ਅਕਾਲੀ ਦਲ ਹੈ ਕੀ। ਹਾਂਜੀ। ਤੇ ਬਾਕੀ ਜਿਹੜੀਆਂ ਸਿਆਸੀ ਪਾਰਟੀਆਂ ਉਹਨਾਂ ਨਾਲੋਂ ਇਹ ਕਿਵੇਂ ਵੱਖਰਾ ਹੈ। ਹਾਂਜੀ। ਤੇ ਉਸ ਕੰਟੈਕਸਟ ਦੇ ਵਿੱਚ ਆਪਾਂ ਜਿਹੜਾ ਇਸ ਵੇਲੇ ਇਹਨਾਂ ਤੇ ਸੰਕਟ ਹੈ ਉਹਦੇ ਬਾਰੇ ਗੱਲ ਕਰਾਂਗੇ। ਹਾਂਜੀ। ਸੰਕਟ ਜੇ ਗੱਲ ਕਰੀਏ, ਸੰਕਟ ਤਾਂ ਕਾਂਗਰਸ ਤੇ ਵੀ ਇੱਕੋ ਜਿਹਾ ਹੈ ਤੇ ਇਹਨਾਂ ਤੇ ਵੀ ਇੱਕੋ ਜਿਹਾ, ਤੇ ਦੋਵਾਂ ਦੀ ਸਿਚੁਏਸ਼ਨ ਇੱਕੋ ਜਿਹੀ ਹੈ, ਕਿਉਂਕਿ ਦੋਵੇਂ ਹੀ ਇਸ ਵੇਲੇ ਪਰਿਵਾਰਵਾਦੀ ਪਾਰਟੀਆਂ ਬਣ ਗਈਆਂ ਤੇ ਦੋਵਾਂ ਪਾਰਟੀਆਂ ਦਾ ਬਹੁਤ ਕਮਾਲ ਦਾ ਇਤਿਹਾਸ ਹੈ। ਇੱਕ ਸਭ ਤੋਂ ਪੁਰਾਣੀ ਪਾਰਟੀ ਹੈ ਹਿੰਦੁਸਤਾਨ ਦੀ ਕਾਂਗਰਸ, ਤੇ ਦੂਜੇ ਨੰਬਰ ਦੀ ਪੁਰਾਣੀ ਪਾਰਟੀ ਅਕਾਲੀ ਦਲ ਹੈ। ਹਾਂਜੀ। ਇਹਨਾਂ ਦੇ ਸਿਮਿਲੈਰਿਟੀਜ਼ ਤੇ ਇਹਨਾਂ ਦੇ ਸੰਕਟ ਦੀ ਗੱਲ ਹੈ। ਜਿੱਥੇ ਆ ਕੇ ਅਕਾਲੀ ਦਲ ਵੱਖਰਾ ਹੁੰਦਾ ਹੈ ਕਾਂਗਰਸ ਤੋਂ, ਉਹ ਹੈ ਇਹਦਾ ਖਾਸਾ। ਹਾਂਜੀ। ਅਕਾਲੀ ਦਲ ਹੌਲੀ ਹੌਲੀ ਆਪਣੇ ਬਣਨ ਤੋਂ ਬਾਅਦ ਇਹ ਸਿੱਖਾਂ ਦੀ ਆਵਾਜ਼ ਬਣ ਗਿਆ ਸੀ। ਹਾਂਜੀ। ਪਹਿਲਾਂ ਸਿੱਖ ਲੀਗ ਆਵਾਜ਼ ਹੁੰਦੀ ਸੀ, ਅਕਾਲੀ ਦਲ ਬਣਾਇਆ ਸੀ SGPC ਨੇ ਆਪਣੇ ਮੋਰਚੇ ਲਾਉਣ ਵਾਸਤੇ, ਗੁਰਦੁਆਰਾ ਲਿਬਰੇਸ਼ਨ ਸਟਰਗਲ ਤੇ ਹੌਲੀ ਹੌਲੀ ਜਦੋਂ ਸਿੱਖ ਲੀਗ ਫੇਜ਼ ਆਊਟ ਹੋ ਗਈ, ਉਸ ਤੋਂ ਬਾਅਦ ਅਕਾਲੀ ਦਲ ਸਿੱਖਾਂ ਦਾ ਬੁਲਾਰਾ ਬਣ ਗਿਆ ਤੇ ਸਿੱਖਾਂ ਦੇ ਕੰਸਰਨ 1996 ਤੱਕ ਇਹ ਪਾਰਟੀ ਉਠਾਉਂਦੀ ਰਹੀ ਹੈ। ਹਾਂਜੀ। 1996 ਕੱਟ ਆਫ ਡੇਟ ਹੈ, ਜਦੋਂ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਪਾਰਟੀ ਨੂੰ ਹੋਰ ਦਿਸ਼ਾ ਵਿੱਚ ਲਿਜਾਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਤੇ ਇਹ ਪਾਰਟੀ ਆਪਣੇ ਜੜ੍ਹਾਂ ਤੋਂ ਉੱਠਣੀਆਂ ਸ਼ੁਰੂ ਹੋ ਗਈ। ਉਹ ਜੜ ਸੀ ਪੰਥਕ ਸਿਆਸਤ। ਹਾਂਜੀ। ਪੰਥਕ ਸਿਆਸਤ ਤੋਂ ਜਦੋਂ ਬਾਦਲ ਸਾਹਿਬ ਨੇ ਇਹਨੂੰ ਪੰਜਾਬੀ ਸਿਆਸਤ ਵੱਲ ਮੋੜਨਾ ਸ਼ੁਰੂ ਕੀਤਾ, ਮੈਂ ਸਮਝਦਾ ਮੋਗੇ ਦੇ ਵਿੱਚ ਕੋਈ ਇਹਨਾਂ ਵਿਸ਼ਾਲ ਕਾਨਫਰੰਸ ਕੀਤੀ ਸੀਗੀ, ਉੱਥੋਂ ਮੋੜ ਦਿੱਤਾ ਗਿਆ। ਮੈਂ ਕਲੀਅਰ ਕਰ ਦਿੰਦਾ, ਉਹ 75ਵੀਂ ਜਿਹੜੀ ਸੀ ਇਹਨਾਂ ਦੀ ਐਨੀਵਰਸਰੀ, ਹਾਂਜੀ, ਜਿਹੜੀ ਆਪਣੇ 95 ਚ ਨਹੀਂ ਹੋ ਸਕੀ ਸੀ, ਹਾਂਜੀ, ਉਹ 96 ਚ ਹੋਈ ਸੀ ਫਰਵਰੀ ਦੇ ਵਿੱਚ। ਹਾਂਜੀ। ਉੱਥੇ ਬਾਦਲ ਸਾਹਿਬ ਨੇ ਇਸ ਪਾਰਟੀ ਨੂੰ ਇੱਕ ਨਵਾਂ ਮੋੜ ਦਿੱਤਾ ਸੀ, ਜਿਹਦੇ ਬਾਰੇ ਉਸ ਵੇਲੇ ਕਿਸੇ ਨੇ ਵੀ ਕਿੰਤੂ ਪਰੰਤੂ ਨਹੀਂ ਸੀ ਕੀਤਾ, ਕਿਉਂਕਿ ਕਿਸੇ ਨੂੰ ਇਮੀਡੀਏਟਲੀ ਸਮਝ ਹੀ ਨਹੀਂ ਆਈ ਵੀ ਹੈ ਕੀ। ਉਹ ਸੀ ਪੰਥਕ ਸਿਆਸਤ ਤੋਂ ਪੰਜਾਬੀ ਸਿਆਸਤ ਵੱਲ ਮੋੜਨਾ। ਹਾਂਜੀ। ਮੇਰੇ ਖਿਆਲ 'ਚ ਉਹ ਬਾਦਲ ਸਾਹਿਬ ਨੇ ਪਹਿਲੀ ਵਾਰ ਇਸ ਪਾਰਟੀ ਦੀ ਜੜ ਵੱਢੀ ਸੀ, ਇੱਕ ਜੜ ਵੱਢਤੀ ਸੀ ਉਹ। ਠੀਕ। ਹੌਲੀ ਹੌਲੀ ਇਸ ਪਾਰਟੀ ਨੇ ਜੜ੍ਹਾਂ ਇਸ ਤਰ੍ਹਾਂ ਹੀ ਵੱਢਣੀਆਂ ਸ਼ੁਰੂ ਹੋਈਆਂ। ਦੂਜੀ ਜੜ ਵੱਢੀ ਗਈ ਜੋ ਇਹਨਾਂ ਨੇ BJP ਨਾਲ ਸਮਝੌਤਾ ਕੀਤਾ। ਹਾਂਜੀ। ਉਸ ਤੋਂ ਬਾਅਦ ਸੋ ਇਹ ਪ੍ਰੋਸੈਸ ਅੱਗੇ ਚੱਲਦਾ ਗਿਆ ਤੇ ਪਾਰਟੀ ਆਪਣੇ ਖਾਸੇ ਤੋਂ ਦੂਰ ਹਟਦੀ ਸ਼ੁਰੂ ਹੋ ਗਈ। ਉਹਦਾ ਖਮਿਆਜਾ ਹੁਣ ਆ ਕੇ ਭੁਗਤਿਆ। ਠੀਕ। ਹੁਣ ਪਾਰਟੀ ਪਹਿਲੀ ਵਾਰ ਇਤਿਹਾਸ ਦੇ ਵਿੱਚ ਆਪਣੀ ਦੇ ਵਿੱਚ ਇਸ ਨਮੋਸ਼ੀ ਦੀ ਕਦਰ ਦੀ ਲੈਵਲ ਤੇ ਆ ਕੇ ਪਹੁੰਚੀ ਹੈ। ਇਹਦੀ ਜ਼ਿੰਮੇਦਾਰ ਜਿਹੜੀ ਇਹਨਾਂ ਦੀ ਸਿਆਸਤ ਨਵੀਂ ਸ਼ੁਰੂ ਹੋਈ ਸੀ ਉਹ ਹੈ।
ਮੈਂ ਇਹਦੇ ਨਾਲ ਇੱਕ ਗੱਲ ਹੋਰ ਅੱਜ ਕਹਿਣੀ ਚਾਹੂੰਗਾ ਵੀ ਇਹ ਸਿਆਸਤ ਇਹਨਾਂ ਨੇ ਕਿਉਂ ਪੜਾਈ, ਜਿਹੜੀ ਮੇਰੀ ਆਪਣੀ ਸਮਝ ਹੈ, ਮੈਨੂੰ ਪਤਾ ਨਹੀਂ ਉਹਦੇ ਬਾਰੇ ਕੋਈ, ਜੇ ਮੈਂ ਕਹਾਂ ਵੀ ਇਨਫੋਰਮੇਸ਼ਨ ਹੈ ਉਹ ਨਹੀਂ ਹੈ। ਠੀਕ। ਜਾਂ ਅੱਤਵਾਦ ਜਾਂ ਖਾੜਕੂਵਾਦ ਦੇ ਦੌਰ ਚੋਂ ਨਿਕਲਿਆ ਸੀ, ਤੇ ਉਹਨਾਂ ਦਿਨਾਂ ਦੇ ਵਿੱਚ ਕੇਂਦਰ ਸਰਕਾਰ, ਜਿਹੜੀ ਇੰਡੀਅਨ ਸਟੇਟ ਮੈਂ ਕਹੂੰਗਾ, ਕੇਂਦਰ ਸਰਕਾਰ ਨਾ ਕਹੀਏ, ਉਹ ਪੰਜਾਬੀਅਤ ਤੇ ਬਹੁਤ ਜ਼ੋਰ ਲਾ ਰਹੀ ਸੀਗੀ। ਉਸ ਤੋਂ ਪਹਿਲਾਂ ਜਿਹੜੀ PIB ਨੇ, ਸਰਕਾਰ ਦੀ ਜਿਹੜੀ ਹੈ ਡਿਪਾਰਟਮੈਂਟ ਹੈ, ਇਹਨਾਂ ਨੇ ਪੰਜਾਬੀ ਪੰਜਾਬੀ ਕਲਚਰ, ਕਾਮਨ ਹੈਰੀਟੇਜ, ਇਹ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਸੀ, ਡਰਾਮੇ ਸ਼ੁਰੂ ਕੀਤੇ। ਤਾਂ ਇਹ ਥੀਸਿਸ ਆਪਣੇ ਵਿਦਿਅਕ ਸੰਸਥਾਵਾਂ 'ਚ, ਐਕੈਡੈਮਿਕ ਇੰਸਟੀਟਿਊਸ਼ਨ ਦੇ ਵਿੱਚ ਵੀ ਥੱਲੇ ਤੱਕ ਲੈ ਕੇ ਗਏ। ਠੀਕ। ਇਹ ਇੱਕ ਆਈਸੋਲੇਟਡ ਇੰਸੀਡੈਂਟ ਨਹੀਂ ਸੀ ਅਕਾਲੀ ਦਲ ਦਾ, ਉਸ ਥੀਸਿਸ ਨੂੰ ਅੱਗੇ ਵਧਾਇਆ ਗਿਆ ਥਰੂ ਅਕਾਲੀ ਦਲ, ਕਿਉਂਕਿ ਇਸ ਤੋਂ ਪਹਿਲਾਂ ਅਕਾਲੀ ਦਲ ਹਮੇਸ਼ਾ ਹੀ ਸਿੱਖ ਆਇਡੈਂਟੀਟੀ ਦੀ ਗੱਲ ਕਰਦਾ ਰਿਹਾ। ਮੇਰਾ ਖਿਆਲ ਨਾਰਥ ਕਲਚਰ ਜ਼ੋਨ ਵੀ ਇਹਦੇ 'ਚ ਸ਼ਾਮਲ ਸੀਗਾ। ਮੈਂ ਗੱਲ ਪੂਰੀ ਕਰ ਦਿਆਂ, ਤੁਸੀਂ ਉਹ ਬਾਕੀ ਤਾਂ ਨਿਟੀ ਗ੍ਰਿਟੀ ਆ, ਤਾਂ ਉਹ ਮੈਨੇ ਨਹੀਂ ਰੱਖਦੀ ਨਾਰਥ ਜ਼ੋਨ ਕਲਚਰ ਸੈਂਟਰ ਕੀ ਸੀ ਕੀ ਨਹੀਂ ਹੈ। ਤੇ ਉਸ ਸਿਆਸਤ ਨੂੰ ਜਿਹੜੀ ਸਿੱਖ ਸੈਂਟਰਿਕ ਆਇਡੈਂਟੀਟੀ ਪੋਲਿਟਿਕਸ ਸੀ ਅਕਾਲੀ ਦਲ ਦੀ, ਉਹਨੇ ਹੀ ਜਿਹੜੇ ਖਾੜਕੂਵਾਦ ਸੀ ਉਹਨੂੰ ਸਪੇਸ ਪ੍ਰੋਵਾਈਡ ਕੀਤੀ ਸੀ। ਉਸ ਵੇਲੇ ਤੱਕ ਅਕਾਲੀ ਦਲ ਤੇ ਖਾੜਕੂਵਾਦ ਜਿਹੜੇ ਕੋਈ ਗੱਲ ਕਾਮਨ ਸੀ, ਉਹ ਸਿੱਖ ਆਇਡੈਂਟੀਟੀ ਬੇਸ ਪੋਲਿਟਿਕਸ ਸੀ। ਸੋ ਉਸ ਤੋਂ ਬਾਅਦ ਇਸ ਅਕਾਲੀ ਦਲ ਨੂੰ ਉਧਰੋਂ ਕੱਢਣਾ ਸ਼ੁਰੂ ਕੀਤਾ ਗਿਆ ਤਾਂ ਕਿ ਇਹ ਉਸ ਪਾਸੇ ਨੂੰ ਗੱਲ ਮੁੜ ਹਮੇਸ਼ਾ ਵਾਸਤੇ ਖਤਮ ਹੋ ਜਾਏ। ਉਹਦਾ ਨਤੀਜਾ ਇਹ ਨਿਕਲਿਆ ਕਿ ਇਹ ਉਸ ਸਿਆਸਤ ਤੋਂ ਦੂਰ ਹੁੰਦੇ ਚਲੇ ਗਏ ਤੇ ਨਾਲ ਦੇ ਨਾਲ ਹੀ ਆਪਣੀਆਂ ਜੜ੍ਹਾਂ ਕੱਟਦੇ ਚਲੇ ਗਏ। ਔਰ ਜੰਮੂ ਦੀ ਜਿਸ ਦਰਖਤ ਦੀਆਂ ਜੜ੍ਹਾਂ ਕੱਟੀਆਂ ਜਾਣ ਨਾ, ਉਹ ਅਲਟੀਮੇਟਲੀ ਸੁੱਕਦਾ ਹੁੰਦਾ ਹੈ। ਹੁਣ ਇਹ ਅਕਾਲੀ ਦਲ ਸੁੱਕ ਗਿਆ। ਇਹਨੂੰ ਗ੍ਰਾਫਟਿੰਗ ਦੀ ਲੋੜ ਹੈ, ਜਿਹੜੀ ਤੁਸੀਂ ਕ੍ਰਾਈਸਿਸ ਦੀ ਗੱਲ ਕਰਦੇ ਸੀ ਨਾ। ਹੁਣ ਇਹਦੀ ਕੋਈ ਨਵੀਂ ਜੜ ਗ੍ਰਾਫਟ ਹੋਏਗੀ। ਗ੍ਰਾਫਟਿੰਗ ਵੈਸੇ ਤਾਂ ਪੇਂਦ ਹੁੰਦਾ ਹੈ ਦਰਖਤ ਉੱਪਰੋਂ, ਇਹਦੀ ਜੜ ਪੇਂਦ ਹੋਣ ਵਾਲੀ ਆ ਹੁਣ। ਸੋ ਉਹ ਆਪਰੇਸ਼ਨ ਵੱਡਾ ਹੈ। ਇਹ ਕੌਣ ਕਰ ਸਕਦਾ ਹੈ, ਇਹ ਆਉਣ ਵਾਲਾ ਹੁਣ ਸਮਾਂ ਦੱਸੇਗਾ। ਵੀ ਅੱਜ ਮੀਟਿੰਗ ਚੱਲ ਰਹੀ ਹੈ ਨੇ, ਮੀਟਿੰਗ ਦੇ ਵਿੱਚੋਂ ਨਿਕਲਣਾ ਕੁਝ ਨਹੀਂ ਮੇਰੇ ਖਿਆਲ ਦੇ ਵਿੱਚ, ਜਦ ਤੱਕ ਇੱਕ ਡਰਾਸਟਿਕ ਚੇਂਜ ਨਹੀਂ ਆਉਂਦੀ। ਇਹ ਸਿਰਫ ਅਕਾਲੀ ਦਲ ਹੀ ਖਤਮ ਨਹੀਂ ਹੋ ਰਿਹਾ। ਪਿਛਲੇ ਇਹ ਜਿਹੜਾ 95 ਤੋਂ 96 ਤੋਂ ਬਾਅਦ ਦਾ ਦੌਰ ਹੈ, ਇਹਦੇ ਵਿੱਚ ਇੱਕ ਇੱਕ ਕਰਕੇ ਸਿੱਖ ਸੰਸਥਾਵਾਂ ਦਾ ਘਾਣ ਕੀਤਾ ਗਿਆ। ਮੈਂ ਅਕਾਲੀ ਦਲ ਨੂੰ ਸਿੱਖਾਂ ਦੀ ਸੰਸਥਾ ਮੰਨਦਾ। ਇਹ ਤੀਜੇ ਨੰਬਰ ਦੀ ਸੰਸਥਾ ਹੈ। ਇਸ ਤੋਂ ਉੱਪਰ ਦੋ ਸੰਸਥਾਵਾਂ ਹੋਰ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ, ਉਹਨਾਂ ਨੂੰ ਵੀ ਜ਼ੀਰੋ ਕਰ ਦਿੱਤਾ ਗਿਆ। ਸੋ ਇਹ ਕ੍ਰਾਈਸਿਸ ਬਹੁਤ ਡੀਪ ਹੈ ਸਿੱਖਾਂ ਵਾਸਤੇ। ਤੇ ਪ੍ਰੋਬਲਮ ਇਹ ਹੈ ਕਿ ਜਿਹੜੀ ਨਵੀਂ ਲੀਡਰਸ਼ਿਪ ਆ ਰਹੀ ਹੈ, ਉਦੋਂ ਮੇਰੇ ਖਿਆਲ ਦੇ ਵਿੱਚ ਵੀ ਪਹੁੰਚ ਇਸ ਕਦਰ ਦੀ ਹੈ ਨਹੀਂ ਗੀ। ਇਸੇ ਕਰਕੇ ਬਾਦਲ ਹਜੇ ਸਰਵਾਈਵ ਕਰ ਰਹੇ। ਤੇ ਜਿਹੜੀ ਅੱਜ ਇਹਨਾਂ ਦੀ ਕੋਰ ਕਮੇਟੀ ਮੀਟਿੰਗ ਹੋ ਰਹੀ ਹੈ, ਉਹ ਤੁਸੀਂ ਕਿਹਾ ਵੀ ਕੋਈ ਉਹਦੇ ਚੋਂ ਹੱਲ ਨਹੀਂ ਨਿਕਲੇਗਾ, ਪਰ ਇਹ ਤਾਂ ਸੋਚਣ ਲੱਗਣਗੇ। ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇੱਕ ਬਿਆਨ ਹੈ ਵੀ ਸਾਰੇ ਜਿਹੜੇ ਵੱਖ-ਵੱਖ ਧੜੇ ਉਹਨਾਂ ਨੂੰ ਇਕੱਠੇ ਹੋ ਕੇ ਵੀ ਮੰਥਨ ਕਰਨਾ ਚਾਹੀਦਾ ਵੀ ਇਸ ਸੰਕਟ ਚੋਂ ਕਿਵੇਂ ਨਿਕਲਿਆ ਜਾਵੇ। ਜਿਹੜੀਆਂ ਸਿੱਖ ਸੰਸਥਾਵਾਂ ਨੇ, ਪਹਿਲਾਂ ਤਾਂ ਜਥੇਦਾਰ ਅਕਾਲ ਤਖਤ ਜਿਹੜਾ ਉਹਨਾਂ ਦਾ ਆਪਣਾ ਕਿਰਦਾਰ ਹੈ, ਉਹਦੇ ਤੇ ਝਾਤੀ ਮਾਰਨ ਤਾਂ ਐਡੀ ਵੱਡੀ ਪਦਵੀ ਤੇ ਬੈਠੇ ਹੈ ਕਿ ਇਹ ਕ੍ਰਾਈਸਿਸ ਦੇ ਪੰਥ ਦੀ ਹੈ ਕਿ ਅਕਾਲੀ ਦਲ ਦੀ ਹੈ। ਉਹਨਾਂ ਨੇ ਪੰਥ ਦੀ ਗੱਲ ਕੀਤੀ ਹੈ। ਕ੍ਰਾਈਸਿਸ ਪੰਥ ਦੀ ਫਿਲਹਾਲ ਨਹੀਂ ਹੈ। ਪੰਥ ਦੀ ਕ੍ਰਾਈਸਿਸ ਤਾਂ ਜਦੋਂ ਅਕਾਲੀ ਦਲ ਨੂੰ ਪੰਥ ਤੋਂ ਕੱਢ ਦਿੱਤਾ ਗਿਆ ਸੀਗਾ, ਉਦੋਂ ਹੀ ਸ਼ੁਰੂ ਹੋ ਗਈ ਸੀਗੀ। ਤੇ ਉਦੋਂ ਤਾਂ ਕੋਈ ਵੀ ਜਥੇਦਾਰ ਨਹੀਂ ਬੋਲਿਆ। ਇਹ ਤਾਂ ਸਿਰਫ ਜਿੰਨੇ ਵੀ ਜਥੇਦਾਰ ਆਏ ਉਸ ਤੋਂ ਬਾਅਦ, ਖਾਸ ਕਰਕੇ 96 ਇੱਕ ਬਹੁਤ ਵੱਡੀ ਸੱਟ ਬਾਦਲ ਸਾਹਿਬ ਨੇ ਮਾਰੀ ਸੀਗੀ ਸਿੱਖ ਸੰਸਥਾਵਾਂ ਤੇ 1999 ਦੇ ਵਿੱਚ, ਜਦੋਂ 300 ਸਾਲਾ ਖਾਲਸੇ ਦਾ ਮਨਾਉਣਾ ਸੀ। ਜਥੇਦਾਰ ਅਕਾਲ ਤਖਤ ਤੇ SGPC ਚੀਫ ਗੁਰਚਰਨ ਸਿੰਘ ਟੌੜਾ ਨੂੰ ਜਿਵੇਂ ਮੱਖਣ ਚੋਂ ਵਾਲ ਕੱਢ ਕੇ ਬਾਹਰ ਮਾਰੀ ਤਾਂ ਐਂ ਕੱਢ ਕੇ ਬਾਹਰ ਮਾਰੇ ਸੀ ਦੋਵੇਂ। ਉਸ ਤੋਂ ਬਾਅਦ ਇਹ ਸੰਸਥਾਵਾਂ ਬਿਲਕੁਲ ਹੀ ਖਤਮ ਕਰਤੀਆਂ। ਤੇ ਜਿਹੜੇ ਜਥੇਦਾਰ ਤੇ SGPC ਦੇ ਪ੍ਰਧਾਨ ਹੈ, ਇਹ ਸਿਰਫ ਇਹ ਜੋ ਮਾਸਟਰਸ ਵਾਇਸ ਬਣ ਕੇ ਰਹਿ ਗਏ ਸੀ। ਤਾਂ ਮੈਂ ਕਿਹਾ ਜਿਹੜੇ ਜਥੇਦਾਰ ਅਕਾਲ ਤਖਤ ਯਾਨੀ ਹਰਪ੍ਰੀਤ ਸਿੰਘ ਜੀ ਹੈਗੇ ਹੈ, ਪਹਿਲਾਂ ਇਹ ਆਪਣੇ ਰੋਲ ਬਾਰੇ ਤਾਂ ਕਿੰਤੂ ਕਰਨ। ਇਹਨਾਂ ਨੇ ਜਦੋਂ SGPC ਦਾ 100 ਸਾਲਾ ਸੀਗਾ ਮਨਾਇਆ ਗਿਆ ਸੀਗਾ, ਮੰਜੀ ਸਾਹਿਬ ਦੀਵਾਨ ਹੋਇਆ ਸੀ, ਇਹ ਆਪਣੀ ਸਪੀਚ ਹੀ ਚੱਕ ਲੈਣ, ਬਾਕੀ ਛੱਡੋ। ਕਿ ਉਹ 100 ਸਾਲਾਂ ਤੇ SGPC ਨੇ ਕੋਈ ਠੋਸ ਲਿੰਕਰ ਪ੍ਰੋਗਰਾਮ ਪੰਥ ਵਾਸਤੇ ਦਿੱਤਾ ਸੀ?
ਜਾਂ ਅਕਾਲ ਤਖਤ ਨੇ ਦਿੱਤਾ ਸੀ ਜਥੇਦਾਰ ਨੇ। ਇਹ ਤਾਂ ਉਸ ਵੇਲੇ ਹਿਜ ਮਾਸਟਰ ਵਾਇਸ ਬਣੇ ਹੋਏ ਸੀ ਉਸ ਪ੍ਰੋਗਰਾਮ ਦੇ ਵਿੱਚ। ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਕਿ ਬੜੇ ਵੱਡੇ ਅਸਥਾਨ ਤੇ ਬੈਠੇ ਹੋਏ ਹੈ, ਲੇਕਿਨ ਇਹਨਾਂ ਨੂੰ ਪਹਿਲਾਂ ਅੰਦਰ ਝਾਤ ਮਾਰਨੀ ਚਾਹੀਦੀ ਹੈ। ਜਿਸ ਥਾਂ ਤੇ ਬੈਠੇ ਹੈ ਉੱਥੇ ਬੈਠੇ ਆਪਣਾ ਕਨਫੈਸ ਕਰਨ ਕਿ ਇਸ ਜਿਹੜਾ ਤਖਤ ਹੈ, ਇਹ ਇੰਸਟੀਟਿਊਸ਼ਨ ਹੈ, ਇਹਨਾਂ ਦੇ ਚਲਾਉਣ ਵਾਲਿਆਂ ਨੇ ਜਿਹੜੇ ਇੱਥੇ ਬੈਠੇ ਰਹੇ ਹੈ, ਉਹਨਾਂ ਨੇ ਗੁਨਾਹ ਕੀਤੇ ਹੈ। ਗਲਤੀਆਂ ਨਹੀਂ, ਉਹਨਾਂ ਨੇ ਗੁਨਾਹ, ਇਹਨਾਂ ਦੇ ਗੁਨਾਹ ਹੁੰਦੇ ਆ, ਇਹਨਾਂ ਦੀ ਗਲਤੀਆਂ ਨਹੀਂ ਹੁੰਦੀਆਂ। ਹਾਂਜੀ ਹਾਂਜੀ, ਇਹਨਾਂ ਦੇ ਗੁਨਾਹ ਹੁੰਦੇ ਆ। ਇਹ ਮੰਨਣ ਕਿ ਇਹਨਾਂ ਨੇ ਗੁਨਾਹ ਕੀਤੇ ਆ ਤੇ ਉਹਦੀ ਸਜ਼ਾ ਲਵਾਉਣ। ਜੋ ਕੁਛ ਪਿੱਛੇ ਹੋਇਆ ਸਾਰੇ ਦੀ ਗਲ 'ਚ ਪੱਲਾ ਪਾ ਕੇ ਜਥੇਦਾਰ ਹਰਪ੍ਰੀਤ ਸਿੰਘ ਜੀ ਖੜ੍ਹਨ ਉੱਥੇ ਥੱਲੇ ਤੇ ਉੱਥੇ ਸਜ਼ਾ ਲਵਾਉਣ ਪਹਿਲਾਂ ਬਾਕੀ ਸਾਰੇ ਜਥੇਦਾਰਾਂ ਦੇ ਨਾਂ ਤੇ। ਉਸ ਤੋਂ ਬਾਅਦ ਇਹ ਅੱਗੇ ਗੱਲ ਕਰਨ ਕਿ ਪੰਥ ਦੇ ਜਿਹੜੇ ਇਹ ਸੰਸਥਾਵਾਂ ਹੈ, ਇਹਨਾਂ ਨੂੰ ਇਸ ਨਿਗਾਰ 'ਚੋਂ ਕਿਵੇਂ ਕੱਢਣਾ ਹੈ। ਉਹਨਾਂ 'ਚ ਅਕਾਲੀ ਦਲ ਸਿਰਫ ਇੱਕ ਸੰਸਥਾ ਹੈ। ਮੈਂ ਤਿੰਨਾਂ ਸੰਸਥਾਵਾਂ ਦੀ ਗੱਲ ਕਰੂੰਗਾ, ਸਿਰਫ ਅਕਾਲੀ ਦਲ ਦੀ ਗੱਲ ਨਹੀਂ ਕਰੂੰਗਾ। ਜਿਸ ਕੰਟੈਕਸਟ ਤੁਸੀਂ ਗੱਲ ਕੀਤੀ ਹੈ, ਤੁਸੀਂ ਕੰਟੈਕਸਟ ਦੇ ਵਿੱਚ ਗੱਲ ਕੀਤੀ ਜਥੇਦਾਰ ਅਕਾਲ ਤਖਤ ਦੀ, ਉਸ ਕੰਟੈਕਸਟ ਵਿੱਚ ਤਿੰਨਾਂ ਸੰਸਥਾਵਾਂ ਦੀ ਗੱਲ ਬਣਦੀ ਹੈ, ਇਕੱਲੇ ਅਕਾਲੀ ਦਲ ਦੀ ਨਹੀਂ। ਬਿਲਕੁਲ। ਤੇ ਇਸ ਦੇ ਨਾਲ ਹੀ ਜਿਹੜੀ ਤੁਸੀਂ ਕਿਹਾ ਵੀ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ, ਗੁਨਾਹ ਜਿਹੜੇ ਕੀਤੇ ਉਹਦੀ, ਇੱਥੋਂ ਹੀ ਤੁਸੀਂ ਦੇਖੋ ਵੀ ਜਿਹੜੀਆਂ 300 ਤੋਂ ਉੱਪਰ ਬੀੜਾਂ ਜਿਹੜੀਆਂ ਉਹ ਲਾਪਤਾ ਹੋਈਆਂ, ਜਿਹੜੀਆਂ ਇੱਥੇ ਜਿਹੜੀਆਂ ਛਾਪੀਆਂ ਗਈਆਂ, ਉਹ ਪਤਾ ਹੀ ਨਹੀਂ ਅੱਜ ਤੱਕ ਲੱਗਾ। ਅੱਜ ਤੱਕ ਕੋਈ ਬੜੀ ਸਜ਼ਾ ਦਾ ਵੀ ਨਹੀਂ ਹੋਇਆ। 1 ਸਾਲ ਮੇਰਾ ਖਿਆਲ ਉੱਥੇ ਕੁਝ ਲੋਕ ਧਰਨਾ ਦੇ ਰਹੇ ਆ। ਘੱਟੋ ਘੱਟ ਇਹਦੇ ਉੱਪਰ ਤਾਂ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਕੁਝ ਕਹਿਣਾ ਚਾਹੀਦਾ, ਬੋਲਣਾ ਚਾਹੀਦਾ ਵੀ ਇਹ ਇੱਕ ਪ੍ਰੋਸੈਸ ਹੈ ਜਿਹੜਾ ਕਰਪਸ਼ਨ ਦਾ, ਬੀੜਾਂ ਦੇ ਲਾਪਤਾ ਹੋਣ ਦਾ, ਤੇ ਜਿਹੜਾ ਸੰਕਟ ਹੈ ਉਹਦੇ ਬਾਰੇ ਤਾਂ ਕੋਈ ਨਾ ਕੋਈ ਤਾਂ ਕਰਨਾ ਚਾਹੀਦਾ। ਉਹਦੇ ਬਾਰੇ ਵੀ ਇਹਨਾਂ ਨੂੰ ਬੋਲਣਾ ਚਾਹੀਦਾ। ਇੰਟਰੋਸਪੈਕਸ਼ਨ ਜਦੋਂ ਇਹਨਾਂ ਨੇ ਸ਼ਤਾਬਦੀ ਮਨਾਈ ਸੀ ਜਿਹੜੀ SGPC ਦੀ, ਉਦੋਂ ਵੀ ਕੋਈ ਨਹੀਂ, ਤੁਹਾਡੀ ਗੱਲ ਠੀਕ ਹੈ, ਕੁਝ ਨਹੀਂ ਕੀਤਾ ਗਿਆ। ਹੁਣ ਜਿਹੜਾ ਇਹਨਾਂ ਨੂੰ ਕੋਈ ਨਾ ਕੋਈ ਤਾਂ ਕਦਮ ਚੁੱਕਣੇ ਚਾਹੀਦੇ, ਕੋਈ ਦੁਬਾਰਾ ਇਹਦੇ ਤੇ ਮੰਥਨ ਕਰਨਾ ਚਾਹੀਦਾ। ਇਸ ਮਸਲੇ ਦੇ ਬਾਰੇ, ਪਰਟੀਕੂਲਰ ਮਸਲੇ ਬਾਰੇ ਗਿਆਨੀ ਹਰਪ੍ਰੀਤ ਸਿੰਘ ਜੀ 100 ਸਾਲਾ ਫੰਕਸ਼ਨ ਤੇ ਬੋਲੇ ਸੀ। ਹਾਂਜੀ। ਤੇ ਇਹਨਾਂ ਨੇ ਉਹਨਾਂ ਲੋਕਾਂ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹੜੇ ਇਸ ਮਾਮਲੇ ਤੇ ਇਨਸਾਫ ਦੀ ਮੰਗ ਕਰ ਰਹੇ ਆ। ਮੈਂ ਉਸ ਕੰਟੈਕਸਟ ਦੇ ਵਿੱਚ ਗੱਲ ਕਰ ਰਿਹਾ ਕਿ ਇਹਨਾਂ ਨੇ ਗੁਨਾਹ ਕੀਤੇ ਹੋਏ ਹੈ। ਉਸ ਗੁਨਾਹ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਸ਼ਾਮਲ ਹੈਗੇ ਹੈ। ਇਹਨਾਂ ਨੂੰ ਆਪਣੀ ਉਹ ਸਪੀਚ ਕੱਢ ਲੈਣੀ ਚਾਹੀਦੀ ਹੈ। ਹਾਂਜੀ। ਤੇ ਉੱਥੋਂ ਗੱਲ ਸਾਰੀ ਸਾਫ਼ ਹੋ ਜਾਏਗੀ ਇਹਨਾਂ ਨੇ ਕਿਵੇਂ ਉੱਥੇ ਰਿਐਕਟ ਕੀਤਾ ਸੀ। ਮਸਲਾ ਸਿਰਫ ਸਰੂਪਾਂ ਦਾ ਨਹੀਂ ਹੈ। ਉਸ ਤੋਂ ਪਹਿਲਾਂ ਬਰਗਾੜੀ ਦੇ ਮਾਮਲੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਹੁੰਦੀ ਹੈ। ਸਰਕਾਰ ਅਕਾਲੀ ਦਲ ਦੀ ਹੈ ਕਿ ਅਕਾਲੀ ਸਰਕਾਰ 'ਚ ਉਹਨਾਂ ਲੋਕਾਂ ਤੇ ਗੋਲੀ ਚਲਾਈ ਜਾ ਸਕਦੀ ਹੈ ਜਿਹੜੇ ਸਿੱਖਾਂ ਤੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਆ। ਗੱਲ ਮੈਂ ਇਹ ਕੋਰਟ ਕੇਸ ਦੇ ਨਹੀਂ ਕਰਦਾ, ਕੋਰਟ ਕੇਸ ਵੱਖਰੇ ਹੁੰਦੇ ਆ। ਇਹ ਕੋਰਟ ਦਾ ਨਹੀਂ ਜਿਹੜਾ ਮੈਂ ਇਸ਼ੂ ਟੇਕ ਅਪ ਕਰ ਰਿਹਾ, ਇਹ ਸਿੱਖ ਧਰਮ ਤੇ ਸਿਆਸਤ ਦਾ ਮਸਲਾ ਹੈ। ਸਿਰਫ ਗੋਲੀ ਚਲਾਉਣ ਦੀ ਗੱਲ ਨਹੀਂ। ਉਸ ਤੋਂ ਬਾਅਦ ਤੁਸੀਂ ਬਾਦਲ ਸਾਹਿਬ ਦੀ ਜਿਹੜੀ ਫੰਕਸ਼ਨਿੰਗ ਹੈ ਸਾਰੀ, ਆਪਾਂ ਉਹਦੀ ਗੱਲ ਕਰੀਏ ਤਾਂ ਗੱਲ ਸਮਝ ਆਏਗੀ। ਇਸ ਤਰ੍ਹਾਂ ਇਨ ਆਈਸੋਲੇਸ਼ਨ ਨਹੀਂ। ਸਰਕਾਰ ਬਣਨ ਤੋਂ ਬਾਅਦ 1997 ਦੇ ਵਿੱਚ ਇਹਨਾਂ ਨੇ ਪ੍ਰੋਮਿਸ ਕੀਤਾ ਸੀ ਆਪਣੇ ਮੈਨੀਫੈਸਟੋ 'ਚ, ਪਹਿਲਾਂ ਲਗਾਤਾਰ ਕਰਦੇ ਰਹੇ, ਸਿਰਫ ਮੈਨੀਫੈਸਟੋ ਹੀ ਨਹੀਂ, 1 ਸਾਲ ਇਹ ਗੱਲ ਕਰਦੇ ਰਹੇ ਕਿ ਜਦੋਂ ਸਾਡੀ ਸਰਕਾਰ ਬਣੇਗੀ ਅਸੀਂ ਇੱਕ ਖੜਕੋਵਾਦ ਦੀ ਇਨਕੁਆਇਰੀ ਕਰਾਵਾਂਗੇ। ਨੰਬਰ 2, ਉਹ ਅਫਸਰ ਜਿਨ੍ਹਾਂ ਨੇ ਆਪਣੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਪੰਜਾਬ ਦੇ ਵਿੱਚ, ਫੇਕ ਐਨਕਾਊਂਟਰਸ ਕੀਤੀਆਂ, ਉਹਨਾਂ ਤੇ ਐਕਸ਼ਨ ਲਵਾਂਗੇ। ਬਿਲਕੁਲ। ਅਗਸਤ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਮੀਟ ਦੀ ਪ੍ਰੈਸ ਪ੍ਰੋਗਰਾਮ ਸੀਗਾ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ। ਉਹਨੂੰ ਸਵਾਲ ਪੁੱਛਿਆ ਗਿਆ ਕਿ ਬਾਦਲ ਸਾਹਿਬ ਤੁਸੀਂ ਇਹ ਇਨਕੁਆਇਰੀ ਕਦੋਂ ਆਰਡਰ ਕਰਨੀ ਹੈ? ਉਹ ਕਹਿੰਦੇ ਜੀ ਹੁਣ ਤਾਂ ਆਪਣੇ ਇਹ ਨਹੀਂ ਕਰਨੀ, ਇਹ ਤਾਂ ਮੁੜ ਕੇ ਜਖਮ ਸਾਰੇ ਖੁੱਲ ਜਾਣਗੇ। ਉਹ ਸਾਰਾ ਕੁਝ ਬੰਦ ਹੋ ਗਿਆ। ਉੱਥੇ ਸਿਰਫ ਬੰਦ ਨਹੀਂ ਹੋਇਆ। ਉਸ ਤੋਂ ਬਾਅਦ ਮੁਹੰਮਦ ਇਜ਼ਹਾਰ ਆਲਮ, ਜਿਨ੍ਹਾਂ ਨੇ ਆਲਮਖਾਨਾ ਬਣਾਈ ਸੀ ਖੜਕੂਆਂ ਦੇ ਨਾਂ ਤੇ, ਉਹਨਾਂ ਨੂੰ ਆਪਣੀ ਪਾਰਟੀ 'ਚ ਅਕੋਮੋਡੇਟ ਕੀਤਾ। ਪਹਿਲਾਂ ਉਹਨੂੰ ਟਿਕਟ ਦੇਣ ਲੱਗੇ, ਫਿਰ ਇਹਦਾ ਰੌਲਾ ਪਿਆ, ਉਹਨਾਂ ਦੀ ਵਾਈਫ ਨੂੰ ਟਿਕਟ ਦੇ ਦਿੱਤੀ। DGP ਆਪਣਾ ਉਸ ਬੰਦੇ ਨੂੰ ਲਾਉਂਦੇ ਹੈ ਜਿਹਦੇ ਤੇ ਵੀ ਇਹ ਸਾਰੀਆਂ ਐਲੀਗੇਸ਼ਨਸ ਹੈ। ਬਿਲਕੁਲ ਉਸੇ ਦੇ ਬੰਦੇ ਦੇ ਵੇਲੇ ਇਹ ਬਰਗਾੜੀ 'ਚ ਗੋਲੀ ਚੱਲਦੀ ਹੈ। ਸੋ ਇੱਕ ਲਗਾਤਾਰ ਪਾਲਿਸੀ ਜਿਹੜੀ ਬਾਦਲ ਸਾਹਿਬ ਦੀ ਫੰਕਸ਼ਨਿੰਗ ਹੈ ਪੰਥਕ ਸਿਆਸਤ ਤੋਂ ਕੱਢਣ ਤੋਂ ਬਾਅਦ,
ਉਹ ਸਾਰੀ ਐਂਟੀ ਸਿੱਖ ਰਹੀ ਹੈ। ਇਹ ਹੁਣ ਜਿਹੜਾ ਗੁੱਸਾ ਸੀ ਸਮੇਂ ਦਾ ਸੀ ਨਾ, ਉਹ ਇੱਕ ਤਾਂ ਉਹ ਨਿਕਲਿਆ ਸਾਰਾ। ਹਾਂਜੀ, ਉਹ ਸਾਰਾ ਮੰਨਣ ਹੁਣ ਕਿ ਸਾਥੋਂ ਇਹ ਗਲਤੀਆਂ ਹੋਈਆਂ ਵੀ ਹੈ, ਤਾਂ ਇਹ ਗੱਲ ਅੱਗੇ ਤੁਰੂਗੀ ਤੇ ਅਕਾਲੀ ਦਲ ਦਾ ਪੂਰਾ ਓਵਰਹਾਲ ਹੋਵੇ। SGPC ਨਾਲ ਹੀ ਮੈਂ ਹੋਰ ਗੱਲ ਕਹੂੰਗਾ, 1999 ਦੇ ਵਿੱਚ ਤੋਂ ਬਾਅਦ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਕਰਪਟ ਕਰ ਦਿੱਤਾ ਗਿਆ। ਆ ਸਾਰੀ ਇਹਨੂੰ SGPC ਨੂੰ ਪਹਿਲੀ ਵਾਰ ਸੀ ਕਿ SGPC ਮੈਂਬਰਾਂ ਨੂੰ 99 ਤੋਂ ਬਾਅਦ 50-50 ਹਜ਼ਾਰ ਦੀ ਡਿਸਕ੍ਰਿਸ਼ਨਰੀ ਗ੍ਰਾਂਟ ਅਲਾਓ ਕੀਤੀ ਗਈ। ਇਹ ਤਾਂ ਗੋਲਕ ਦਾ ਪੈਸਾ ਹੈ, ਤੁਸੀਂ ਕਿੱਥੇ ਖਰਚ ਕਰ ਰਹੇ ਹੋ? ਠੀਕ। ਸੋ ਗੁਨਾਹ ਇੱਕ ਨਹੀਂ ਹੋਇਆ, ਗੁਨਾਹ ਵਾਰ-ਵਾਰ ਹੋਏ ਹੈ ਔਰ ਓਵਰ ਦੀ ਈਅਰਸ ਹੋਏ। ਜਗਤਾਰ ਜੀ, ਤੁਹਾਨੂੰ ਲੱਗਦਾ ਜੇ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਆ ਉਹ ਮਾਫੀ ਮੰਗ ਲੇ, ਇਹਦੇ ਨਾਲ ਗੁਨਾਹ ਕਬੂਲ ਕਰ ਲੇ, ਕੀ ਇਹਨਾਂ ਨੂੰ ਸਿੱਖ ਸੰਗਤ ਮਾਫੀ ਦੇ ਦੇਵੇਗੀ? ਪੰਥ ਪਕਸ਼ਣ ਆ ਰਿਹਾ ਹੁਣ, ਇਸ ਤਰ੍ਹਾਂ ਨਹੀਂ। ਹਾਂਜੀ, ਇਹ ਸਾਰਾ ਕੁਝ ਛੱਡ ਕੇ, ਸਾਰੇ ਅਸਤੀਫੇ ਦੇ ਕੇ, ਅਹੁਦੇ ਸਾਰੇ ਛੱਡ ਕੇ, ਉਸ ਤੋਂ ਬਾਅਦ ਗਲ 'ਚ ਪੱਲਾ ਪਾ ਕੇ ਮਾਫੀ ਮੰਗਣ, ਪੰਥ ਬਖਸ਼ਣ ਆ ਰਿਹਾ, ਪੰਥ ਮਾਫ ਕਰ ਦੇਗਾ। ਹਾਂ, ਜੇ ਕਹਿਣ ਵੀ ਅਸੀਂ ਆ ਸਾਰਾ ਕੁਝ ਬਣੇ ਰਹੀਏ ਤੇ ਫਿਰ ਮਾਫੀ ਮੰਗੀਏ, ਤੇ ਉਹ ਇਹਨਾਂ ਦਾ ਡਰਾਮਾ ਗਿਣਿਆ ਜਾਏਗਾ, ਉਹਦੀ ਕੋਈ ਵੈਲਿਊ ਨਹੀਂ ਹੋਈ। ਕਿਉਂਕਿ ਇੱਕ ਵਾਰੀ ਇਹ ਮਾਫੀ ਅਕਾਲ ਤਖਤ ਤੇ ਜਾ ਕੇ ਮੰਗ ਚੁੱਕੇ ਆ, ਉੱਥੇ ਭਾਂਡਿਆਂ ਦੀ ਸੇਵਾ ਵੀ ਕਰ ਚੁੱਕੇ ਆ। ਉਦੋਂ ਮੇਰਾ ਖਿਆਲ ਮਾਫੀ ਮੰਗੀ ਸੀ ਨਹੀਂ ਜਦੋਂ ਜੀ, ਇੱਕ ਮਿੰਟ ਲੋਕ ਆਪਣੇ ਵਿਊਅਰਸ ਨੂੰ ਆਪਾਂ ਗੁੰਮਰਾਹ ਨਾ ਕਰੀਏ, ਕਿਸ ਗੱਲ ਦੀ ਮਾਫੀ ਮੰਗੀ ਸੀ? ਇਹ ਨਹੀਂ ਪਤਾ ਲੱਗਾ ਵੀ ਇਹ ਦੱਸੋ ਵੀ ਮਾਫੀ ਕਿਸ ਗੱਲ ਦੀ ਮੰਗੀ ਸੀ? ਕੀ ਬਰਗਾੜੀ ਦੀ ਮਾਫੀ ਮੰਗੀ ਕਹਿ ਕੇ ਇਹਨਾਂ ਨੇ? ਨਾ, ਇਹੋ ਜਿਹਾ ਕੁਝ ਨਹੀਂ ਕਿਹਾ ਵੀ ਅਸੀਂ ਮਾਫੀ ਮੰਗਦੇ ਹਾਂ। ਫਿਰ ਮਾਫੀ ਕਿਸ ਗੱਲ ਦੀ ਜੀ? ਮਾਫੀ ਦਾ ਸਿੱਖ ਰੋਜ਼ ਅਰਦਾਸ ਮਾਫੀ ਮੰਗਦਾ, ਉਹਦੇ 'ਚ ਕੀ ਹੈ? ਲੋਕ ਉੱਥੇ ਆਪਣਾ ਸੇਵਾ ਕਰਨਾ, ਜੁੱਤੀਆਂ ਸਾਫ਼ ਕਰਨਾ ਆਪਣਾ ਮਾਣ ਸਮਝਦੇ ਆ ਲੋਕ। ਇਹਨਾਂ ਨੇ ਕੀ ਕਰਤਾ ਉੱਥੇ? ਇਹਨਾਂ ਵਾਸਤੇ ਰੈੱਡ ਕਾਰਪਟ ਵਿਛਾਈ ਗਈ ਸੀ ਜਦੋਂ ਉਹ ਮਾਫੀ ਮੰਗਣ ਗਏ ਸੀਗੇ। ਜੇ ਤੁਹਾਨੂੰ ਯਾਦ ਹੋਵੇ, ਬਾਹਰ ਜਦੋਂ ਜਿੱਥੇ ਗੱਡੀ ਖੜਦੀ ਆ ਕੇ ਉਸ ਤੋਂ ਅੱਗੇ SGPC ਨੇ ਇਹਨਾਂ ਵਾਸਤੇ ਰੈੱਡ ਕਾਰਪਟ ਵਿਛਾਈ ਸੀ ਤੇ ਰੈੱਡ ਕਾਰਪਟ ਤੇ ਤੁਰ ਕੇ ਗਏ ਸੀ। ਹਾਂਜੀ, ਕੀ ਉਹ ਗੁਨਾਹ ਨਹੀਂ ਸੀ? ਦਰਬਾਰ ਸਾਹਿਬ 'ਚ VIP ਕਲਚਰ ਜੇ ਇੰਟਰੋਡਿਊਸ ਹੋਈ ਹੈ ਤੇ ਇਹਨਾਂ ਨੇ ਕੀਤੀ ਹੈ। ਕਦੇ ਕਿਸੇ ਵਾਸਤੇ ਰੈੱਡ ਕਾਰਪਟ ਵਿਛੀ ਹੈ ਗੁਰੂ ਘਰ ਦੇ ਵਿੱਚ? ਨਾ। ਸੋ ਤੁਸੀਂ ਕਿਤੇ ਮਾਫੀ ਦੀ ਗੱਲ ਕਰਦੇ, ਮਾਫੀ ਤਾਂ ਮੰਗੀ ਨਹੀਂ ਇਹਨਾਂ ਨੇ। ਠੀਕ। ਰਿਜ਼ਾਈਨ ਕਰਨ ਸਾਰੇ ਅਹੁਦਿਆਂ ਤੋਂ, ਉਸ ਤੋਂ ਬਾਅਦ ਪੱਲਾ ਗਲ ਪਾ ਕੇ ਮਾਫੀ ਮੰਗਣ, ਫਿਰ ਪੰਥ ਇਹਨਾਂ ਨੂੰ ਮਾਫ ਕਰੇਗਾ। ਅਦਰਵਾਈਜ਼ ਮੇਰੇ ਖਿਆਲ 'ਚ ਮਾਫੀ ਦਾ ਕੋਈ ਸਕੋਪ ਨਹੀਂ ਹੈ। ਬਾਕੀ ਪੰਥ ਦੀ ਮਰਜ਼ੀ ਹੈ, ਪੰਥ ਜਿਸ ਤਰ੍ਹਾਂ ਮਰਜ਼ੀ ਫੈਸਲਾ ਕਰੇ, ਆਪਾਂ ਕੌਣ ਹੁੰਦੇ? ਠੀਕ ਠੀਕ ਠੀਕ। ਤੇ ਜਗਤਾਰ ਜੀ, ਹੁਣ ਦੂਜੇ ਮਾਮਲੇ ਤੇ ਆਉਣਾ ਵੀ ਕਾਂਗਰਸ ਪਾਰਟੀ ਪੰਜਾਬ ਦਾ ਹੀ ਨਹੀਂ, ਨੈਸ਼ਨਲ ਵਾਲਾ ਤਾਂ ਨਾ ਅਸੀਂ ਕਰੀਏ, ਪੰਜਾਬ ਦਾ ਜਿਹੜਾ ਸੰਕਟ ਹੈ, ਜਿਹੜੀ ਵੱਖ-ਵੱਖ ਤਰ੍ਹਾਂ ਦੀ ਬਿਆਨਬਾਜ਼ੀ, ਇੱਕ ਪਾਸੇ ਸੁਖਜਿੰਦਰ ਸਿੰਘ ਰੰਧਾਵਾ, ਦੂਜੇ ਪਾਸੇ ਸੁਨੀਲ ਜਾਖੜ, ਕੁਝ ਹੋਰ ਆਗੂ ਬਿਆਨਬਾਜ਼ੀ ਕਰ ਰਿਹਾ। ਤੁਸੀਂ ਕੀ ਸਮਝਦੇ ਵੀ ਇਹਨਾਂ ਦੀ ਬਿਆਨਬਾਜ਼ੀ ਨਾਲ ਕੋਈ ਇਹ ਗੱਲ ਨੇੜੇ ਲੱਗੇਗੀ? ਨਹੀਂ, ਦੇਖੋ ਇਹਨਾਂ ਦਾ ਜਿਹੜਾ ਸੰਕਟ ਹੈ ਨਾ, ਉਹ ਕੇਂਦਰ ਦੇ ਵਿੱਚ ਹੀ ਉਹਦੀ ਜੜ ਹੈ। ਹਾਂਜੀ, ਆਪਾਂ ਜਿਹੜੀ ਤੁਸੀਂ ਗੱਲ ਕੀਤੀ ਵੀ ਕੇਂਦਰ ਤਾਂ ਇਹ ਵਿੱਚ ਲਿਆਉਣਾ ਪੈਣਾ ਹੈ ਨਾ ਕਾਂਗਰਸ ਦੇ ਮਾਮਲੇ ਦੇ ਵਿੱਚ, ਕਿਉਂਕਿ ਇਹ ਤਾਂ ਡਿਕਟੇਟ ਹੀ ਕੇਂਦਰ ਤੋਂ ਹੁੰਦੇ। ਇਹਨਾਂ ਦਾ ਤੇ ਅਕਾਲੀ ਦਲ ਦਾ ਫਰਕ ਇੱਥੇ ਹੈ ਜੰਮੂ ਜੀ ਖਾਸ। ਇਹਨਾਂ ਨੇ ਤਾਂ ਆਪਣੀ ਸੁਸਾਈਡ ਕੀਤੀ ਇਸ ਪਾਰਟੀ ਨੇ। ਹਾਂਜੀ, ਅਕਾਲੀ ਦਲ ਨੇ ਤਾਂ ਗੁਨਾਹ ਕਰਕੇ ਉਹਨਾਂ ਨੂੰ ਸਜ਼ਾ ਮਿਲੀ ਹੈ, ਇਹਨਾਂ ਦਾ ਮਸਲਾ ਵੱਖਰਾ ਹੈ। ਹਾਂਜੀ, ਹਾਂਜੀ। ਇਹ ਆਤਮਘਾਤੀ ਰਸਤੇ ਤੇ ਤੁਰੇ ਹੋਏ ਸੀਗੇ ਬਿਲਕੁਲ ਲਗਾਤਾਰ ਹੀ। ਪਹਿਲਾਂ ਤਾਂ ਜਦੋਂ ਚੰਨੀ ਜੀ ਨੂੰ ਬਣਾਇਆ, ਉਹ ਸਾਡੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਹਜੇ ਵੀ ਨਹੀਂ ਹੋਇਆ ਵੀ ਇਹਨੂੰ CM ਕਿਉਂ ਬਣਾਤਾ। ਬਿਲਕੁਲ। ਤੇ ਚੰਨੀ ਜੀ ਉਸ ਤੋਂ ਬਾਅਦ ਹਵਾ 'ਚ ਉੱਡਣ ਲੱਗ ਪਏ ਵੀ ਮੈਂ ਤਾਂ CM ਬਣ ਗਿਆ ਜੀ। ਉਹਨਾਂ ਨੇ ਕਹਿਤਾ ਉਹ ਚਲੋ ਜੋ ਵੀ ਨੈਰੇਟਿਵ ਸੈੱਟ ਕੀਤਾ ਉਹਨਾਂ ਨੇ, ਉਹ ਲੋਕਾਂ ਨੂੰ ਨੇ ਐਕਸੈਪਟ ਨਹੀਂ ਕੀਤਾ। ਗੱਲ ਇਹ ਹੈ, ਵੱਡੀ ਗੱਲ ਇਹ ਹੈ ਕਿ ਕਾਂਗਰਸ ਨੇ ਆਪਸ ਦੇ ਵਿੱਚ ਹੀ ਲੜਾਈ ਇੰਨੀ ਤਿੱਖੀ ਕਰ ਲਈ ਕੈਪਟਨ ਅਮਰਿੰਦਰ ਸਿੰਘ ਦੇ ਜਾਣ ਤੋਂ ਬਾਅਦ। ਸੁਨੀਲ ਜਾਖੜ, ਚੰਨੀ ਜੀ ਤੇ ਸਿੱਧੂ ਜੀ, ਤਿੰਨਾਂ ਨੇ ਆਪਸ ਦੇ ਵਿੱਚ ਸਿਰੇ ਲਾਤੀ ਗੱਲ। ਤੇ ਜਿਹੜੇ ਲੀਡਰ ਆਪਸ ਲੜ ਰਹੇ ਹੈ, ਇਹਨਾਂ ਨੂੰ ਵੋਟ ਕਿਉਂ ਪਾਉਣਗੇ? ਬੜੀ ਸਿੱਧੀ ਜਿਹੀ ਗੱਲ ਸੀਗੀ। ਬਿਲਕੁਲ। ਨੰਬਰ 2, ਮੈਂ ਇਹ ਗੱਲ ਇਹਨਾਂ ਦੇ ਪਹਿਲਾਂ ਵੀ ਕਰ ਚੁੱਕਿਆ ਹੁਣ ਕਿ ਇਹ ਦੋ ਪਾਰਟੀਆਂ 'ਚ ਫਰਕ ਕੋਈ ਨਹੀਂ ਰਹਿ ਗਿਆ। ਇੱਕੋ ਜਿੰਨੀਆਂ ਕਰਪਟ, ਇੱਕੋ ਜਿੰਨੀਆਂ ਡੀਜਨਰੇਟਡ, ਇੱਕੋ ਜਿਹੜਾ ਨਿਗਾਰ ਇਹਨਾਂ ਦੇ ਵਿੱਚ। ਲੋਕਾਂ ਨੇ ਪਰਖ ਲਏ ਸਾਰੇ। ਲੋਕ ਬਦਲਾਅ ਚਾਹੁੰਦੇ ਸੀ। ਮੈਨੂੰ ਇੰਟਰਸਟਿੰਗ ਹੁਣ ਫੀਡਬੈਕ ਇੱਕ ਆਈ ਪਿਛਲੇ 2 ਦਿਨਾਂ ਦੇ ਵਿੱਚ। ਹਾਂਜੀ, ਉਹ ਕਹਿੰਦੇ ਵੀ ਵਿਮਨ ਖਾਸ ਕਰਕੇ
ਮਾਲਵਾ ਏਰੀਆ, ਉਹ ਕਹਿੰਦੇ ਵੀ ਹੁਣ ਜਨਾਨੀਆਂ ਨੇ ਫੈਸਲਾ ਕਰ ਲਿਆ ਕਿ ਵੋਟ ਆਪ ਨੂੰ ਪਾਉਣੀ ਹੈ। ਮੈਂ ਹੋਇਆ ਕੀ ਹੈ? ਮੈਂ ਕਿਹਾ ਵੀ ਅਕਾਲੀ ਦਲ ਨੇ ਵੀ ਪ੍ਰੋਮਿਸ ਕੀਤਾ, ਕਾਂਗਰਸ ਨੇ ਵੀ ਪ੍ਰੋਮਿਸ ਕੀਤਾ। ਮੈਂ ਅਕਾਲੀ ਦਲ ਨੇ ਕਿਹਾ ਵੀ 2000 ਦੇਵਾਂਗੇ। ਉਹ ਕਹਿੰਦੇ ਜੀ ਜਿਹੜੇ ਗੁਰੂ ਘਰ ਦੇ, ਕਹਿੰਦੇ ਇਹਨਾਂ ਦੀ ਸਮੱਸਿਆ ਹੋਰ ਹੈ, ਉਹ ਬੇਤਬਾਰੀ ਹੈ। ਕਹਿੰਦੇ ਅਕਾਲੀ ਦਲ ਵਾਲੇ ਤਾਂ ਜਿਹੜੇ ਗੁਰੂ ਘਰ ਦੇ ਨਹੀਂ ਹੋਏ ਤਾਂ ਉਹ ਸਾਡੇ ਕਿੱਥੋਂ ਹੋਣਗੇ? ਇਹ ਬਰਗਾੜੀ ਨੇ ਇਹਨਾਂ ਦਾ ਖਹਿੜਾ ਨਹੀਂ ਛੱਡਿਆ। ਬਰਗਾੜੀ ਨੇ ਇਹਨਾਂ ਦੀ ਕ੍ਰੈਡੀਬਿਲਿਟੀ ਜ਼ੀਰੋ ਕਰਤੀ। ਸੋ ਇਹਨਾਂ ਤੇ ਕਿਸੇ ਨੇ ਇਤਬਾਰ ਹੀ ਨਹੀਂ ਕੀਤਾ। ਕਾਂਗਰਸ ਨੇ ਆਪਸ ਲੜ ਕੇ ਆਪਣੀ ਕ੍ਰੈਡੀਬਿਲਿਟੀ ਜ਼ੀਰੋ ਕਰ ਲਈ। ਸੋ ਇਹ ਇਸ ਤਰ੍ਹਾਂ ਚੱਲਿਆ ਸਾਰਾ ਕੁਝ, ਟਾਈਮ ਟੂ ਟਾਈਮ। ਕ੍ਰਾਈਸਿਸ ਆਫ ਕ੍ਰੈਡੀਬਿਲਿਟੀ ਜਿਹੜਾ ਨਾ, ਉਹ ਬਹੁਤ ਸੀਰੀਅਸ ਮੁੱਦਾ ਸੀਗਾ ਇਹਨਾਂ ਚੋਣਾਂ ਦੇ ਵਿੱਚ। ਦੋਵਾਂ ਪਾਰਟੀਆਂ ਤੇ ਇਹ ਮਸਲਾ ਬਣ ਗਿਆ ਤੇ ਕਾਂਗਰਸੀਆਂ ਨੇ ਤਾਂ ਇੱਕ ਦੂਜੇ ਦੀ ਆਪਸੀ ਤਹਿ ਲਾਤੀ। ਬਿਲਕੁਲ। ਸੋ ਉਹ ਹੁਣ ਜ਼ਿੰਮੇਦਾਰ ਹੈ ਸਾਰੀ ਗੱਲ ਤੇ। ਕੇਂਦਰ ਇਸ ਕਰਕੇ ਜ਼ਿੰਮੇਦਾਰ ਹੈ ਕਿ ਜਦੋਂ ਟਾਈਮ ਤੇ ਐਕਸ਼ਨ ਲੈਣਾ ਚਾਹੀਦਾ ਸੀ, ਜਦੋਂ ਨਵਜੋਤ ਸਿੰਘ ਸਿੱਧੂ ਜੀ ਵਾਰ-ਵਾਰ ਅਟੈਕ ਕਰ ਰਹੇ ਸੀਗੇ ਚੰਨੀ ਤੇ, ਰੋਕਦੇ, ਆਪ ਬਿਠਾ ਕੇ ਕਹਿੰਦੇ ਵੀ ਦੱਸੋ ਤੁਹਾਡੀ ਸਮੱਸਿਆ ਕੀ ਹੈ? ਜੇ ਡੀਜੀਪੀ ਬਦਲਣਾ ਹੈ, ਏਜੀ ਬਦਲਣਾ ਤਾਂ ਬਦਲ ਕੇ ਪਾਸੇ ਕਰੋ। ਪਬਲਿਕਲੀ ਤੁਸੀਂ ਤਮਾਸ਼ਾ ਕਿਉਂ ਕਰ ਰਹੇ ਹੋ? ਨਹੀਂ, ਈਵਨ ਨਵਜੋਤ ਸਿੰਘ ਸਿੱਧੂ ਨੇ ਤਾਂ ਰਾਹੁਲ ਗਾਂਧੀ ਦੀ ਹਾਜ਼ਰੀ, ਪ੍ਰਿੰਕਾ ਗਾਂਧੀ ਦੀ ਹਾਜ਼ਰੀ ਦੇ ਵਿੱਚ ਸਾਰਾ ਕੁਝ ਕੀਤਾ। ਹਾਂ, ਤੇ ਉਸ ਦਿਨ ਫਿਰ ਐਕਸ਼ਨ ਲੈ ਲੈਣਾ ਚਾਹੀਦਾ ਸੀ ਕੇਂਦਰ ਦੀ। ਉਹਨਾਂ ਦੀ ਜਿਹੜੀ ਸੋ ਕਾਲਡ ਹਾਈ ਕਮਾਂਡ ਹੈ, ਹੁਣ ਤਾਂ ਲੋ ਕਮਾਂਡ ਬਣ ਗਈ ਉਹ ਹਾਈ ਕਮਾਂਡ ਵੀ, ਉਹਨਾਂ ਨੂੰ ਉਸ ਵੇਲੇ ਐਕਸ਼ਨ ਲੈਣਾ ਚਾਹੀਦਾ ਸੀਗਾ। ਸੋ ਜੋ ਕਾਂਗਰਸ ਦੇ ਵਿੱਚ ਜੋ ਕੁਝ ਹੋਇਆ ਉਹਦੇ ਵਾਸਤੇ ਸੋਨੀਆ ਗਾਂਧੀ ਤੋਂ ਲੈ ਕੇ ਨਵਜੋਤ ਸਿੰਘ ਸਿੱਧੂ ਤੱਕ, ਸੁਨੀਲ ਜਾਖੜ, ਚੰਨੀ, ਇਹ ਸਾਰੇ ਜ਼ਿੰਮੇਦਾਰ ਨੇ, ਇੱਕ ਬੰਦਾ ਨਹੀਂ। ਤੇ ਤੁਹਾਨੂੰ ਲੱਗਦਾ ਕੋਈ ਇਹ ਸੰਕਟ ਕੋਈ ਨੇੜੇ ਤੇੜੇ ਹੱਲ ਹੋਏਗਾ ਇਹਨਾਂ ਦਾ, ਕਿ ਹੋਰ ਡੂੰਘਾ ਹੋਏਗਾ? ਜਦੋਂ ਮੈਂ ਕਦੇ ਪੋਸੀਬਿਲਿਟੀ ਕਿਸੇ ਵੀ ਗੱਲ ਦੀ ਕਦੇ ਰੂਲ ਆਊਟ ਨਹੀਂ ਕੀਤੀ। ਸੋਸ਼ਲ ਸਾਇੰਸਿਸ ਦਾ ਕੁਝ ਵੀ, ਸੋਸ਼ਲ ਸਾਇੰਸਿਸ ਦਾ ਕੋਈ ਗੱਲ ਇੰਪੋਸੀਬਲ ਹੁੰਦੀ ਨਹੀਂ। ਕੱਲ ਨੂੰ ਇਹ ਸਰਕਾਰ ਜਿਹੜੀ ਨਵੀਂ ਆਈ ਹੈ, ਇਹ ਤੋਂ ਕਿਤੇ ਬਾਈ ਚਾਂਸ ਗਲਤੀ ਹੋ ਜਾਏ, ਬਾਈ ਚਾਂਸ, ਮੈਂ ਕਹਿੰਦਾ ਹਜੇ ਮੈਨੂੰ ਲੱਗਦਾ ਨਹੀਂ ਕਿ ਇਹ ਸਾਲ ਗਲਤੀ ਕਰਨਗੇ, ਕਿਉਂਕਿ ਜਿਹੜੇ ਸੁਪਨੇ ਹੈ ਬਹੁਤ ਵੱਡੇ ਹੈ ਆਪਣੇ ਕੇਜਰੀਵਾਲ ਜੀ ਦੇ, ਉਹ ਪੰਜਾਬ ਤੋਂ ਅੱਗੇ ਵਧਣਾ ਚਾਹੁੰਦੇ ਆ। ਹਾਂਜੀ ਹਾਂਜੀ। ਮੈਂ ਹੁਣ ਵਧਣ ਦੀ ਗੱਲ ਕਰਦਾ, ਮੈਂ ਇੱਕ ਗੱਲ ਐਡ ਕਰੂੰਗਾ। ਜਦੋਂ 17 ਦੀ ਇਲੈਕਸ਼ਨ ਹੋਈ ਸੀ ਤੇ ਕਾਂਗਰਸ ਨੂੰ ਇੰਨਾ ਮੈਂਡੇਟ ਮਿਲਿਆ ਸੀਗਾ, ਉਦੋਂ ਮੈਂ ਇੱਕ ਗੱਲ ਵਾਰ-ਵਾਰ ਲਿਖੀ ਸੀਗੀ। ਮੈਨੂੰ ਵੈਸੇ ਇਹ ਚੰਗਾ ਨਹੀਂ ਲੱਗਦਾ ਹੁੰਦਾ ਕਿ ਆਪਣੀ ਗੱਲ ਕਰਨੀ, ਪਰ ਇਹ ਰੈਲੇਵੈਂਟ ਕਰ ਦੇਣੀ ਚਾਹੀਦੀ ਹੈ। ਹਾਂਜੀ ਹਾਂਜੀ। ਮੈਂ ਲਿਖਿਆ ਸੀ ਕਿ ਪੰਜਾਬ ਉਹ ਸਟੇਟ ਹੈ ਹੁਣ ਜਿੱਥੇ ਲੋਕਾਂ ਨੇ ਜੇ ਐਡਾ ਵੱਡਾ ਮੈਂਡੇਟ ਦਿੱਤਾ ਹੈ, ਜੇ ਕੈਪਟਨ ਅਮਰਿੰਦਰ ਸਿੰਘ ਐਗਜ਼ਾਮਪਲ ਸੈੱਟ ਕਰਨ ਪੰਜਾਬ ਵਿੱਚ ਸਰਕਾਰ ਚਲਾਉਣ ਦੀ, ਐਗਜ਼ਾਮਪਲਰੀ ਐਡਮਿਨਿਸਟ੍ਰੇਸ਼ਨ ਦੇਣ, ਇੱਕ ਮਾਡਲ ਸਟੇਟ ਐਜ਼ ਕੰਪੇਅਰ ਟੂ ਬੀਜੇਪੀ ਸਟੇਟਸ, ਤੇ ਕਾਂਗਰਸ ਇੱਥੋਂ ਰਿਵਾਈਵ ਹੋ ਸਕਦੀ ਹੈ। ਉਹ ਕੰਮ ਉਹਨਾਂ ਨੇ ਉਲਟਾ ਹੀ ਕਰਤਾ ਬਿਲਕੁਲ ਹੀ। ਉਹਨਾਂ ਨੇ ਸਰਕਾਰ ਚਲਾਈ ਨਹੀਂ, ਸਰਕਾਰ ਪੂਰੀ ਤਰ੍ਹਾਂ ਕਰਪਟ ਹੋ ਗਈ। ਉਹੀ ਗੱਲ ਮੈਂ ਇੱਥੇ ਲਿਆਉਣਾ। ਹਾਂਜੀ, ਹੁਣ ਮੇਰੇ ਖਿਆਲ 'ਚ ਅਰਵਿੰਦ ਕੇਜਰੀਵਾਲ ਜੀ ਇੱਥੇ ਇੱਕ ਪੰਜਾਬ ਨੂੰ ਆਦਰਸ਼ ਸਟੇਟ ਬਣਾ ਕੇ ਸਾਰੇ ਹਿੰਦੁਸਤਾਨ 'ਚ ਇੱਕ ਮਾਡਲ ਦੀ ਤਰ੍ਹਾਂ ਪੇਸ਼ ਕਰਨਗੇ, ਜਿਹੜੀ ਕਾਂਗਰਸ ਨਹੀਂ ਕਰ ਸਕੀ। ਉਹਨਾਂ ਲਈ ਫੇਲਰ ਦਾ ਫਾਇਦਾ ਅਰਵਿੰਦ ਕੇਜਰੀਵਾਲ ਜੀ ਹੁਣ ਉਠਾਉਣਗੇ। ਤੇ ਮੈਨੂੰ ਲੱਗਦਾ ਕਿ ਹੁਣ ਉਹ ਆਦਰਸ਼ ਸਟੇਟ ਦੇ ਤੌਰ ਤੇ ਪੰਜਾਬ ਨੂੰ ਲੋਕਾਂ ਸਾਹਮਣੇ ਲਿਆ। ਉਹਨਾਂ ਨੇ ਦਿੱਲੀ ਦਾ ਮਾਡਲ ਪੇਸ਼ ਕੀਤਾ। ਦਿੱਲੀ ਸੈਮੀ ਸਟੇਟ ਸੀ, ਦਿੱਲੀ ਪੂਰੀ ਸਟੇਟ ਨਹੀਂ ਸੀ। ਹੁਣ ਉਹਨਾਂ ਕੋਲ ਪੂਰੀ ਸਟੇਟ ਹੈ ਤੇ ਉਹਨਾਂ ਦੀ ਕੈਪੈਸਿਟੀ ਹੈ ਇਹਨੂੰ ਮਾਡਲ ਸਟੇਟ ਦੇ ਤੌਰ ਤੇ ਪੇਸ਼ ਕਰਨ ਦੀ। ਹਿਮਾਚਲ ਦੀ ਇਲੈਕਸ਼ਨ ਤੋਂ ਪਹਿਲਾਂ ਇਹ ਦੱਬ ਕੇ ਕੰਮ ਕਰਨਗੇ ਪੰਜਾਬ ਵਿੱਚ, ਇਹਨੂੰ ਆਦਰਸ਼ ਸਟੇਟ ਪੇਸ਼ ਕਰਨਗੇ ਤੇ ਉਹਦੇ ਵਿੱਚ ਪੰਜਾਬ ਤੱਕ ਬਹੁਤ ਭਲਾ ਹੋ ਜਾਏਗਾ। ਉਹਨਾਂ ਦੀ ਐਕਸਪੈਂਸ਼ਨ ਵੱਖਰੀ ਗੱਲ ਹੈ, ਲੇਕਿਨ ਪੰਜਾਬ ਦਾ ਭਲਾ ਹੋ ਸਕਦਾ ਉਹਦੇ ਵਿੱਚ। ਠੀਕ। ਸੋ ਜਗਤਾਰ ਜੀ, ਸਾਡੇ ਸ਼ੋਅ ਜੋੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਹ ਤੇ ਅਸੀਂ ਦਰਸ਼ਕਾਂ ਕੋਲੋਂ ਲੈਨੇ ਆਗਿਆ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ।